ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਕਸਮ ਦੀ, ਨੂਰ ਅਰਸੋਂ ਪੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਣ। ਲੱਖ ਤਪ ਉਪਰ ਤੀਰਥਾਂ, ਸਹਿਜ ਜੋਗ ਵਿਬਾਣ। ਲੱਖ ਸੂਰਤਨ ਸੰਗਰਾਮ, ਰਣ ਮੈਂ ਛੁਟੇ ਪ੍ਰਾਣ। ਲੱਖ ਸੁਰਤੀ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ। ਜਿਨ ਕਰਤੈ ਕਰਣਾ ਕੀਆ, ਲਿਖਿਆ ਆਵਣ ਜਾਣ। ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਦਾ ਨਿਤ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਧੰਨਤਾ ਦੇ ਯੋਗ ਹੋ ਜੋ ਆਪਣੇ ਜੀਵਨ ਦੀਆਂ ਘੜੀਆਂ, ਅੰਮ੍ਰਿਤ ਵੇਲੇ ਦੀਆਂ ਘੜੀਆਂ ਗੁਰੂ ਚਰਨਾਂ ਵਿੱਚ ਨਕਮਸਤਕ ਹੋ ਕੇ ਸਫਲੀਆਂ ਕਰ ਰਹੇ ਹੋ। ਆਪ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਹਰ ਜਸ ਕੀਰਤਨ ਸਰਵਣ ਕਰ ਰਹੇ ਸੀ। ਸੋ ਸਮਾਂ ਹੋਇਆ ਕਥਾ ਵਿਚਾਰਾਂ ਨਾਲ ਸਾਂਝ ਪਾਉਣ ਦਾ। ਪਿਛਲੇ ਦੀਵਾਨਾਂ ਵਿੱਚ ਆਪਨੇ ਗੁਰੂ ਮਹਾਰਾਜ ਨੇ ਜੋ ਆਸਾ ਦੀ ਵਾਰ ਦੀ ਪੌੜੀ ਨੰਬਰ 8
ਦਾ ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ ਅੰਡਜ ਜੇਰਜ ਉਤਪਜਾਂ ਖਾਣੀ ਸੀਤ ਜਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਤ ਤਿਸ ਦੀਵਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਇਸ ਦੀ ਵਿਚਾਰ ਪਿਛਲੇ ਦੀਵਾਨਾਂ ਵਿੱਚ ਆਪਨੇ ਸਰਵਣ ਕੀਤੀ। ਮਹਾਰਾਜ ਨੇ ਸਾਰੀ ਸ੍ਰਿਸ਼ਟੀ ਦੇ ਉੱਤੇ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦਾ ਜ਼ਿਕਰ ਕਰਕੇ ਅਖੀਰ ਮਹਾਰਾਜ ਕਹਿੰਦੇ ਨੇ ਕਿ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਪਰਮਾਤਮਾ ਜਿਸ ਨੇ ਇਨਸਾਨ ਬਣਾਏ ਨੇ, ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਇਸ ਦੀ ਚਿੰਤਾ ਉਸ ਨੂੰ ਹੈ। ਪਰ ਮਨੁੱਖ ਨੂੰ ਚਿੰਤਾ ਹੋਣੀ ਸੁਭਾਵਿਕ ਹੈ। ਸਭ ਤੋਂ ਪਹਿਲਾਂ ਸਾਨੂੰ ਸਾਡੇ ਰਿਜ਼ਕ ਦੀ ਚਿੰਤਾ ਹੁੰਦੀ ਹੈ, ਪਰਿਵਾਰ ਦੀ ਚਿੰਤਾ, ਸਿਰ ਤੇ ਛੱਤ ਹੋਵੇ ਇਹਦੀ ਚਿੰਤਾ, ਹੋਰ ਇੰਨੇ ਸੁੱਖ ਸਾਧਨ ਨੇ ਸਾਡੇ ਉਹਨਾਂ ਦੀ ਚਿੰਤਾ, ਸਭ ਤੋਂ ਵੱਡੀ ਆਪਣੇ ਸਰੀਰ ਦੀ ਚਿੰਤਾ। ਪਰ ਮਹਾਰਾਜ ਕਹਿੰਦੇ ਨੇ ਕਿ ਤੂੰ ਇਹ ਚਿੰਤਾ ਜਿਹੜੀ ਕਰ ਰਿਹਾ ਇਹ ਵਿਅਰਥ ਹੈ। ਜਿਨ੍ਹਾਂ ਸੰਸਾਰ ਬਣਾਇਆ ਉਸਨੇ ਹਰ ਇੱਕ ਦਾ ਰਿਜ਼ਕ ਜਿਹੜਾ ਉਹਨੂੰ ਪਹੁੰਚਾਉਣ ਦਾ ਜ਼ਰੀਆ ਬਣਾਇਆ ਹੋਇਆ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਜਲ ਮੈਂ ਜੰਤੋ ਪਾਇਨ ਤਿੰਨਾਂ ਵੀ ਰੋਜੀ ਦੇ। 42 ਲੱਖ ਜੂਨਾਂ ਪਾਣੀ ਵਿੱਚ ਗਿਣੀਆਂ ਗਈਆਂ ਨੇ, ਮਿਥੀਆਂ ਗਈਆਂ, ਤੇ 42 ਲੱਖ ਸੰਸਾਰ ਦੇ ਉੱਤੇ ਨੇ। ਜਿਹੜੀਆਂ ਸੰਸਾਰ ਦੇ ਉੱਤੇ ਨੇ ਉਹਨਾਂ ਦਾ ਤਾਂ ਜਿਵੇਂ ਖੇਤੀਬਾੜੀ ਕਰਦੇ ਆ, ਕਿਰਸ ਕਰਦੇ ਆ, ਫਸਲਾਂ ਬੀਜਦੇ ਆ, ਕੁਛ ਜੀਵ ਜੰਤ ਜਿਹੜੇ ਨੇ ਉਹ ਚੁਗ ਲੈਂਦੇ ਨੇ, ਉਹਨਾਂ ਦੀ ਰੋਜੀ ਆ। ਕੁਝ ਜ਼ਿਮੀਂਦਾਰ ਵੱਢ ਕੇ ਘਰ ਲਿਆਉਂਦਾ, ਉਹਦੀ ਰੋਜੀ ਹੈ। ਜਿਹੜੇ ਉਹਦੇ ਨਾਲ ਹੈਲਪ ਕਰਦੇ, ਸਹਾਇਤਾ ਕਰਦੇ ਨੇ, ਉਹ ਲੈ ਕੇ ਆਉਂਦੇ ਨੇ। ਜ਼ਿਮੀਂਦਾਰ ਜਾ ਕੇ ਵੇਚ ਦਿੰਦਾ, ਅੱਗੋਂ ਉਹ ਗਾਂ ਹੋਰ ਖਰੀਦ ਲੈਂਦੇ ਨੇ। ਇਸ ਤਰ੍ਹਾਂ ਸਿਲਸਿਲਾ ਜਿਹੜਾ ਚੱਲਦਾ। ਪਰ ਜਿਹੜੇ ਪਾਣੀ ਦੇ ਵਿੱਚ ਜੀਵ ਨੇ ਉਹਨਾਂ ਦਾ ਮਹਾਰਾਜ ਵੇਖੋ, ਕਹਿੰਦੇ ਵੀ ਉੱਥੇ ਕਿਹੜੀ ਹੱਟੀ ਚੱਲਦੀ ਆ, ਉੱਥੇ ਕਿਹੜੇ ਸੌਦੇ ਨੇ। ਪਰ ਪਰਮਾਤਮਾ ਨੇ ਉਹਨਾਂ ਦਾ ਵੀ ਜ਼ਰੀਆ ਬਣਾਇਆ ਹੋਇਆ। ਇਸ ਕਰਕੇ ਤੈਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਹੈ। ਜਿਸ ਨੇ ਸੰਸਾਰ ਬਣਾਇਆ ਉਹਨੇ ਉਹਨੂੰ ਰੋਜੀ ਦੇਣੀ ਹੈ। ਇਹ ਵਿਚਾਰਾਂ ਆਪਾਂ ਪਿਛਲੇ ਦੀਵਾਨਾਂ ਵਿੱਚ ਜਿਹੜੀਆਂ ਸਰਵਣ ਕੀਤੀਆਂ ਸਨ। ਅੱਜ ਮਹਾਰਾਜ ਜਿਹੜਾ ਮਹਾਰਾਜ ਬਖਸ਼ਦੇ ਨੇ ਹੁਕਮ ਆਪਾਂ ਨੂੰ। ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ
ਲੱਖ ਪੁੰਨਾ ਪ੍ਰਵਾਨ। ਲੱਖਾਂ ਹੀ ਚੰਗੇ ਕਰਮ, ਚੰਗਿਆਈਆਂ ਵੀ ਤੇ ਨੇਕੀਆਂ ਵੀ, ਇਹ ਇੱਕੋ ਹੀ ਸ਼ਬਦ ਦੇ ਦੋਨੋਂ ਅਰਥ ਨੇ। ਭਾਵੇਂ ਤੂੰ ਲੱਖਾਂ ਹੀ ਚੰਗਿਆਈਆਂ ਦੇ ਕੰਮ ਕਰ ਲੈ, ਤੇ ਕੰਮ ਵੀ ਉਹ ਜਿਹੜੇ ਸੰਸਾਰ ਜਿਹੜਾ ਪ੍ਰਵਾਨ ਕਰਦਾ, ਸੰਸਾਰ ਦੇ ਵਿੱਚ ਜਿਹੜੇ ਮੰਨੇ ਜਾਂਦੇ ਨੇ ਵੀ ਇਹ ਧਰਮ ਦੇ ਕੰਮ ਨੇ, ਇਹ ਚੰਗੇ ਕਰਮ ਨੇ। ਲੱਖ ਤਪ ਉੱਪਰ ਤੀਰਥਾਂ, ਫਿਰ ਅਗਲੇ ਕਰਮ ਕਿਹੜੇ ਨੇ ਕਿ ਪ੍ਰਮਾਤਮਾ ਨੂੰ ਪਾਉਣ ਵਾਸਤੇ ਲੋਕ ਤੀਰਥਾਂ ਤੇ ਜਾਂਦੇ ਨੇ ਤੇ ਤੀਰਥਾਂ ਤੇ ਜਾ ਕੇ ਤਪ ਕਰਦੇ ਨੇ। ਕਈ ਤੇ ਸਾਰੀ ਉਮਰ ਹੀ ਉਹਨਾਂ ਦੀ ਇਹਨਾਂ ਕੰਮਾਂ 'ਚ ਹੀ ਲੰਘ ਜਾਂਦੀ ਆ। ਇੱਕ ਤੀਰਥ ਤੇ ਗਏ, ਫਿਰ ਅਗਲੇ ਤੀਰਥ ਤੇ ਗਏ। ਕਰੀਬ 68 ਤੀਰਥਾਂ ਦਾ ਜਿਹੜਾ ਜ਼ਿਕਰ ਆਮ ਆਉਂਦਾ ਹੈ। ਤੇ ਮਹਾਰਾਜ ਕਹਿੰਦੇ ਨੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੀ ਦੇ ਉੱਤੇ ਤਾਂ ਦਇਆ ਨਹੀਂ ਕਰਨੀ ਤੇ ਤੀਰਥਾਂ ਦੇ ਇਸ਼ਨਾਨ ਕਰੀ ਜਾਣੇ ਜਾਂ ਉਹਨਾਂ ਤੇ ਜਾ ਕੇ ਤਪ ਕਰੀ ਜਾਣੇ, ਉਹਨਾਂ ਦਾ ਕੋਈ ਫਾਇਦਾ ਨਹੀਂ। ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬਿਬਾਨ। ਤੇ ਦੂਸਰਾ ਤਰੀਕਾ ਇਹ ਵਰਤਿਆ ਜਾਂਦਾ ਕਿ ਜੰਗਲਾਂ ਦੇ ਵਿੱਚ ਚਲੇ ਜਾਣਾ ਤੇ ਇਕਾਂਤ ਵਿੱਚ ਬਹਿ ਕੇ ਯੋਗ ਸਾਧਨਾ ਦੇ ਤਰੀਕੇ ਅਪਣਾਉਣੇ। ਭਾਵੇਂ ਤੂੰ ਅਜਿਹੇ ਤਰੀਕੇ ਲੱਖਾਂ ਹੀ ਅਪਣਾ ਲਾ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ। ਤੇ ਲੱਖਾਂ ਹੀ ਸੂਰਮਗਤੀ ਦੇ ਕੰਮ ਕਰਦਿਆਂ ਰਣ ਦੇ ਵਿੱਚ ਹੀ ਪ੍ਰਾਣ ਤਿਆਗ ਦੇਣੇ। ਭਾਵ ਯੁੱਧ ਦੇ ਵਿੱਚ ਹੀ ਸਾਰੀ ਉਮਰ ਜਿਹੜੀ ਆਪਣੀ ਬਤੀਤ ਕਰ ਦੇਣੀ। ਲੱਖ ਸੁਰਤੀ, ਲੱਖ ਗਿਆਨ ਧਿਆਨ, ਪੜ੍ਹੀਏ ਪਾਠ ਪੁਰਾਣ। ਸੁਰਤ ਨੂੰ ਜੋੜਨ ਦੇ ਲੱਖਾਂ ਹੀ ਢੰਗ ਤਰੀਕੇ ਅਪਣਾਉਣੇ, ਗਿਆਨ ਚਰਚਾ ਕਰਨੀ ਤੇ ਪ੍ਰਾਣਾਂ ਦੇ ਪਾਠ ਜਿਹੜੇ ਆ ਉਹ ਨਿਤ ਕਰਨੇ। ਮਹਾਰਾਜ ਕਹਿੰਦੇ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ। ਜਿਸ ਉਸ ਅਕਾਲ ਪੁਰਖ ਨੇ ਜੀਵਾਂ ਨੂੰ ਬਣਾ ਕੇ ਸੰਸਾਰ ਦੇ ਵਿੱਚ ਪੈਦਾ ਕੀਤਾ, ਇਹਨਾਂ ਦੇ ਮੱਥੇ ਤੇ ਉਹ ਲੇਖ ਲਿਖ ਕੇ ਭੇਜੇ ਨੇ। ਉਸਨੇ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਇਹ ਉੱਪਰਲਿਆ ਕਾਰਨਾਂ ਦਾ ਜ਼ਿਕਰ ਕਰਕੇ ਤੇ ਮਹਾਰਾਜ ਕਹਿੰਦੇ ਨੇ ਨਾਨਕ ਮਤੀ ਮਿਥਿਆ। ਮਤੀ ਦਾ ਮਤਲਬ ਉਹ ਸਾਧਨ, ਉਹ ਮੱਤਾਂ, ਉਹ ਅਕਲਾਂ ਜਿਹੜੀਆਂ ਪਰਮਾਤਮਾ ਨੂੰ ਪਾਉਣ ਵਾਸਤੇ ਉੱਪਰ ਜ਼ਿਕਰ ਕੀਤਾ, ਇਹ ਵਿਅਰਥ ਨੇ, ਮਿੱਥਿਆ ਨੇ, ਝੂਠ ਨੇ। ਇੱਕੋ ਹੀ ਗੱਲ ਸੱਚੀ ਹੈ, ਕਰਮ ਸੱਚਾ ਨਿਸ਼ਾਨ। ਉਸ ਮਾਲਕ ਦੀ ਬਖਸ਼ਿਸ਼, ਉਹਦੀ ਰਹਿਮਤ, ਉਹ ਨਿਸ਼ਾਨ ਜੇ ਸਾਡੇ ਮੱਥੇ ਤੇ ਲੱਗ ਜਾਵੇ, ਅਸੀਂ ਉਸ ਮਾਲਕ ਦੇ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਤਾਂ ਸਾਡਾ ਇਸ ਸੰਸਾਰ ਦੇ ਉੱਤੇ ਆਉਣਾ ਸਫਲ ਹੈ। ਵਰਨਾ ਇਹ ਜਿਹੜੇ ਬਾਕੀ ਦੇ ਤਰੀਕੇ ਨੇ, ਇਹਨਾਂ ਨਾਲ ਜੱਗ ਦੇ ਵਿੱਚ ਸ਼ੋਭਾ ਤਾਂ ਮਿਲ ਸਕਦੀ ਹੈ, ਥੋੜ੍ਹੀ ਬਹੁਤੀ ਆਪਣੀ ਵਡਿਆਈ ਤਾਂ ਹੋ ਸਕਦੀ ਹੈ, ਪਰ ਸੰਸਾਰ ਦੇ ਵਿੱਚੋਂ ਜਨਮ ਮਰਨ ਦਾ ਛੁਟਕਾਰਾ ਜਿਹੜਾ ਉਹ ਨਹੀਂ ਹੋ ਸਕਦਾ। ਸੋ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ। ਸਾਡੇ ਕੋਲ ਬੜੇ ਵਿਦਵਾਨ ਸੱਜਣ ਪਹੁੰਚੇ ਹੋਏ ਨੇ, ਅਸੀਂ ਉਹਨਾਂ ਦੇ ਵਿਚਾਰ ਸਰਵਣ ਕਰਾਂਗੇ। ਬਾਕੀ ਦੇ ਰਹਿੰਦੇ ਹੋਏ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਆਪ ਨਾਲ ਸਾਂਝੇ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ
ਵਿਚਾਰ ਪ੍ਰਗਟ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਅਣਜਾਣ ਬੁੱਧੀਹੀਣ ਬੱਚੇ ਸਮਝ ਕੇ ਮਾਫ ਕਰਨਾ। ਸੰਗਤ ਗੁਰੂ ਬਖਸ਼ਣ ਯੋਗ ਹੈ, ਬਖਸ਼ ਜਾਣਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।